फिर गल उत्थे ही आ खड़ी जिहड़ी पंजाब दे विच 70 ਦੇ ਦਹਾਕੇ 'ਚ ਸ਼ੁਰੂ ਹੋਈ, फिर 80 ਦੇ ਦਹਾਕੇ 'ਚ ਜਿਹਨੇ ਜ਼ੋਰ ਫੜਿਆ ਕਾਮਰੇਡਾਂ ਤੇ ਖਾਲਿਸਤਾਨੀਆਂ ਦੇ ਵਿਚਾਲੇ ਦਾ ਮਸਲਾ ਜਾਂ ਕਾਮਰੇਡਾਂ ਤੇ ਸਿੱਖ ਸੈਂਟੀਮੈਂਟ ਦਾ ਮਸਲਾ। ਜਿਹੜਾ ਇਹ ਅੰਦੋਲਨ ਆ ਇਹਦੇ 'ਚ ਸਾਰੇ ਰੰਗ ਹੀ ਨੇ, ਲਾਲ ਵੀ ਆ, ਹਰਾ ਵੀ ਆ, ਕੇਸਰੀ ਵੀ ਆ, ਚਿੱਟਾ ਵੀ ਆ, ਪੀਲਾ ਵੀ ਆ। ਅਸੀਂ ਮੰਨਦੇ ਕਿ ਇਹ ਇੱਕ ਸਤਰੰਗੀ ਪੀਂਘ ਆ। ਕੇਂਦਰ ਸਰਕਾਰ ਨੂੰ ਲੱਗਦਾ ਸੀਗਾ ਵੀ ਸ਼ਾਇਦ ਵੀ ਇੱਥੇ ਇੰਨਾ ਸਮਾਂ ਨਹੀਂ ਬੈਠ ਸਕਣਗੇ, ਭੁੱਖੇ ਮਰਨਗੇ, ਆਪੇ ਚਲੇ ਜਾਣਗੇ। 6-6 ਮਹੀਨੇ ਦਾ ਅਸੀਂ ਰਾਸ਼ਨ ਲੈ ਕੇ ਆਏ ਆ ਤੇ 3-3 ਸਾਲਾਂ ਦਾ ਰਾਸ਼ਨ ਲੋਕਾਂ ਨੇ ਹੋਰ ਜਿਹੜਾ ਉਹ ਜਮ੍ਹਾਂ ਕਰਤਾ। ਸਰਕਾਰ ਨੂੰ ਗਰਾਊਂਡ 'ਚ ਮਾਤ ਦੇਤੀ, ਸਰਕਾਰ ਨੂੰ ਟੇਬਲ ਟਾਕ ਤੇ ਮਾਤ ਦੇਤੀ, ਸਰਕਾਰ ਦੀ ਦੁਨੀਆ 'ਚ ਬੱਸ ਕਰਾਤੀ। ਮੋਦੀ ਸਰਕਾਰ ਨੂੰ ਸਭ ਤੋਂ ਪਹਿਲੀ ਵੀ ਏਡੀ ਚੁਣੌਤੀ ਦਿੱਤੀ। ਇਹ ਕੋਈ ਮੂਵਮੈਂਟ ਅਸਮਾਨ 'ਚੋਂ ਡਿੱਗੀ ਹੋਈ ਆ। ਉਹ ਕਿਹੜੇ ਦਲ ਨਾਲ ਨੇ ਕਿਹੜੇ ਨਾਲ ਨਹੀਂ, ਇਹ ਸਾਡਾ ਸਵਾਲ ਨਹੀਂ। ਜਿਹੜਾ ਵੀ ਸਾਡੇ ਘੋਲ 'ਚ ਆ ਗਿਆ ਅਸੀਂ ਉਹਦਾ ਸਨਮਾਨ ਕਰਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਜਾਬਤਾ ਤੈਅ ਹੋਇਆ ਉਹਦੇ 'ਚ ਰਹੋ। ਇਸ ਘੋਲ ਨੂੰ ਹੁਣ ਤੱਕ ਹਾਈਜੈਕ ਕਰਨ ਦੀ ਕੋਸ਼ਿਸ਼ ਤੁਹਾਨੂੰ ਲੱਗਦਾ ਹੈ ਕਿਤੇ ਹੋਈ ਹੈ? ਜੇ ਅਸਮ ਦਾ ਸ਼ਰਜਿਲ ਇਮਾਮ ਹੈ ਤਾਂ ਪੰਜਾਬ ਦੇ ਵਿੱਚ ਸ਼ਰਜਿਲ ਇਮਾਮ ਦੀ ਨਹੀਂ, ਫਿਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੋ ਨਾ। ਰਾਜੇਵਾਲ ਸਾਹਿਬ ਨੂੰ ਬੇਹੂਦਾ ਕਿਹਾ ਕਿ ਬੇਹੂਦਗੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੋ ਸਕਦਾ। ਉਹਦੇ ਤੇ ਕੀ ਕਹੋ? ਉਹਨਾਂ ਦੀਪ ਸਿੱਧੂ ਉਹਨਾਂ ਉਸ ਮਹਾਂਪੁਰਸ਼ ਬਾਰੇ ਤਾਂ ਇਹੀ ਗੱਲ ਕਵਾਂਗੇ ਅਸੀਂ ਕਿ ਉਹ ਸ਼ੁਰੂ ਤੋਂ ਹੀ ਕੋਸ਼ਿਸ਼ ਕਰਦੇ ਰਹੇ ਵੀ ਇੱਦਾਂ ਘੋਲ ਬਾਰੇ ਲਗਾਤਾਰ ਮਤਲਬ ਟਿੱਪਣੀਆਂ ਕਰਨ ਦਾ। ਤੋ ਸੋਸ਼ਲ ਮੀਡੀਆ ਤੇ ਉਹਦਾ ਇੱਕ IT ਸੈੱਲ ਹੈਗਾ, ਉਹ ਲੱਗਾ ਹੋਇਆ। ਜਿਹੜਾ ਕੋਈ ਬੋਲਦਾ ਉਹ ਥੱਲੇ ਮਤਲਬ ਗਾਲੀ ਗਲੋਚ ਕਰਨ ਦਾ, ਕਿਉਂਕਿ ਉਹਦਾ ਸੰਵਾਦ ਕਰਨ ਦਾ ਤਰੀਕਾ ਹੀ ਇਹ ਆ। ਦੋ ਤਰ੍ਹਾਂ ਦੀ ਜ਼ਿੰਦਗੀ ਜੀਂਦਾ ਨਾ, ਇੱਕ ਰੀਲ ਲਾਈਫ ਤੇ ਇੱਕ ਰੀਅਲ ਲਾਈਫ। ਉਹ ਰੀਲ ਲਾਈਫ 'ਚ ਜੋਰਾ 10 ਨੰਬਰੀ ਆ ਤੇ ਰੀਲ ਲਾਈਫ 'ਚ ਦੀਪ ਸਿੱਧੂ ਆ। ਇਸ ਕਰਕੇ ਦੋ ਤਰ੍ਹਾਂ ਦੀ ਲਾਈਫ, ਦੋਗਲੀਆਂ ਸਟੇਟਮੈਂਟਾਂ, ਦੋਗਲੇ ਬੰਦੇ। ਕਿਸਾਨ ਅੰਦੋਲਨ ਆਪਣੇ 20ਵੇਂ ਦਿਨ 'ਚ ਦਾਖਲ ਹੋਣ ਜਾ ਰਿਹਾ ਹੈ ਤੇ ਕਿਸਾਨ ਅੰਦੋਲਨ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਜਦੋਂ ਤੋਂ ਸਭ ਤੋਂ ਪਹਿਲਾਂ ਪੋਸਟਰ ਲਹਿਰਾਏ ਗਏ, ਉਸ ਤੋਂ ਬਾਅਦ ਕੱਲ ਰਾਜੇਵਾਲ ਸਾਹਿਬ ਦਾ ਭਾਸ਼ਣ ਹੋਇਆ, ਤਾਂ ਫਿਰ ਇੱਕ ਵਾਰ ਫਿਰ ਗੱਲ ਉੱਥੇ ਹੀ ਆ ਖੜੀ ਜਿਹੜੀ ਪੰਜਾਬ ਦੇ ਵਿੱਚ 70 ਦੇ ਦਹਾਕੇ 'ਚ ਸ਼ੁਰੂ ਹੋਈ, ਫਿਰ 80 ਦੇ ਦਹਾਕੇ 'ਚ ਜਿਹਨੇ ਜ਼ੋਰ ਫੜਿਆ ਕਾਮਰੇਡਾਂ ਤੇ ਖਾਲਿਸਤਾਨੀਆਂ ਦੇ ਵਿਚਾਲੇ ਦਾ ਮਸਲਾ ਜਾਂ ਕਾਮਰੇਡਾਂ ਤੇ ਸਿੱਖ ਸੈਂਟੀਮੈਂਟ ਦਾ ਮਸਲਾ। ਉਹ ਇੱਕ ਵਾਰ ਫਿਰ ਉੱਥੇ ਹੀ ਗੱਲ ਆ ਕੇ ਖੜ ਗਈ। ਕਈਆਂ ਨੂੰ ਹੁਣ ਇਹ ਡਰ ਲੱਗ ਰਿਹਾ ਵੀ ਸ਼ਾਇਦ ਕਿਤੇ ਅਸੀਂ ਉਹੀ ਜਿਹੜਾ ਪਾਸਟ ਅਸੀਂ ਦੇਖਿਆ ਜੋ ਬਹੁਤ ਕਾਲੇ ਦਿਨ ਸੀਗੇ, ਕਿਤੇ ਉਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ, ਕਿਉਂਕਿ ਕਿਤੇ ਨਾ ਕਿਤੇ ਏਜੰਸੀਆਂ ਜਾਂ ਸਰਕਾਰ ਇਹ ਚਾਹ ਰਹੀ ਹੈ ਵੀ ਇਹਦੇ 'ਚ ਖਲਲ ਪਵੇ। ਇਹ ਕੋਈ ਵੀ ਇਸ ਤਰ੍ਹਾਂ ਦਾ ਉਗਰ ਜਿਹੜਾ ਰੰਗ ਹੈ ਇਹ ਅੰਦੋਲਨ ਲਵੇ। ਇਹ ਹਰ ਪੱਖੋਂ ਕੋਸ਼ਿਸ਼ ਹੈ, ਇਹ ਸ਼ਰਾਰਤੀ ਤੱਤਾਂ ਦੀ ਵੀ ਕੋਸ਼ਿਸ਼ ਹੈ। ਹੁਣ ਇਹ ਜ਼ਿੰਮੇਵਾਰੀ ਇਹ ਨਾ ਸਿਰਫ ਇੱਥੇ ਬੈਠੇ ਜਿਹੜੀ ਲੀਡਰਸ਼ਿਪ ਹੈ ਕਿਸਾਨ ਜਥੇਬੰਦੀਆਂ ਦੀ ਉਹਨਾਂ ਦੀ ਹੈ, ਬਲਕਿ ਅੰਦੋਲਨ ਨੂੰ ਹਮਾਇਤ ਦੇ ਰਹੇ ਤੇ ਇੱਥੇ ਮੌਜੂਦ ਹਰ ਉਸ ਸ਼ਖਸ ਦੀ ਹੈ ਜਿਹੜਾ ਪਾਣੀ ਲਿਆਉਣ ਦੀ ਵੀ ਸੇਵਾ ਕਰ ਰਿਹਾ। ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਨੇ, ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ। ਅਹਿਮ ਮੁੱਦੇ ਜਿਹੜੇ ਨੇ, ਕਮਿਊਨਿਸਟਾਂ ਨੂੰ ਲੈ ਕੇ ਕਈ ਸਵਾਲ ਉੱਠੇ ਨੇ, ਸਿੱਖ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਫਿਰ ਗੱਲ ਆਈ ਹੈ। ਸੋ ਇਹ ਕਈ ਮੁੱਦੇ ਨੇ, ਇਹਨਾਂ 'ਤੇ ਗੱਲਬਾਤ ਕਰਦੇ ਹਾਂ। ਰਜਿੰਦਰ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਪਹਿਲਾਂ ਤਾਂ ਜਿਹੜਾ ਕੱਲ ਹੋਇਆ ਰਜਿੰਦਰ, ਰਾਜੇਵਾਲ ਸਾਹਿਬ ਦੇ ਭਾਸ਼ਣ ਤੋਂ ਬਾਅਦ ਵਿਰੋਧ ਹੋਇਆ ਉਹਨਾਂ ਦਾ, ਹਾਲਾਂਕਿ ਪੰਡਾਲ 'ਚ ਤਾਂ ਨਹੀਂ ਹੋਇਆ, ਪਰ ਇੱਕ ਸੋਸ਼ਲ ਪਲੇਟਫਾਰਮ ਦੇ ਵੱਲੋਂ, ਇੱਕ ਚੈਨਲ ਦੇ ਵੱਲੋਂ ਦਿਖਾ ਦਿੱਤੇ ਜਾਣ ਤੋਂ ਬਾਅਦ ਪਹਿਲਾਂ ਸੋਸ਼ਲ ਮੀਡੀਆ ਤੇ ਭੜਕਿਆ, ਫਿਰ ਮਾਹੌਲ ਇੱਥੇ ਵੀ ਹੋਇਆ ਗਰਾਊਂਡ ਤੇ ਵੀ, ਹੈ ਨਾ, ਕਿਉਂਕਿ ਉਹ ਚੀਜ਼ਾਂ ਟਰੈਵਲ ਹੋ ਜਾਂਦੀਆਂ ਨੇ। ਉਹ ਅਸਲ ਦੇ ਵਿੱਚ ਹੋਇਆ ਕੀ ਹੈ, ਕਿਵੇਂ ਡਿਫਾਈਨ ਕਰਦੇ ਹੋ ਤੁਸੀਂ? ਗੁਰਪ੍ਰੀਤ ਜੀ, ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਇਹ ਅੰਦੋਲਨ ਆ ਇਹਦੇ 'ਚ ਸਾਰੇ ਰੰਗ ਹੀ ਨੇ, ਲਾਲ ਵੀ ਆ, ਹਰਾ ਵੀ ਆ, ਕੇਸਰੀ ਵੀ ਆ, ਚਿੱਟਾ ਵੀ ਆ, ਪੀਲਾ ਵੀ ਆ। ਅਸੀਂ ਮੰਨਦੇ ਕਿ ਇਹ ਇੱਕ ਸਤਰੰਗੀ ਪੀਂਘ ਆ। ਸਾਰੇ ਰੰਗਾਂ ਵਾਲੇ ਰਲ ਮਿਲ ਕੇ ਜਿਹੜਾ ਹੈਗਾ ਇਸ ਘੋਲ ਨੂੰ ਲੜ ਰਹੇ ਆ। ਇਹਦੇ ਤੇ ਕੋਈ ਵੀ ਇੱਕ ਰੰਗ ਚੜਾਉਣ ਦੀ ਕੋਸ਼ਿਸ਼ ਜੇ ਕੋਈ ਕਰਦਾ ਤਾਂ ਉਹ ਇਸ ਲਹਿਰ ਦਾ ਜਿਹੜਾ ਉਹ ਦੁਖੀ ਹੋਊਗਾ। ਸਾਰੇ ਰਲ ਮਿਲ ਕੇ, ਸਾਰੇ ਰੰਗ ਹੀ ਸਤਿਕਾਰਤ ਨੇ। ਲਾਲ ਰੰਗ ਵੀ ਸਾਡਾ ਸਤਿਕਾਰਤ ਆ, ਕੇਸਰੀ ਰੰਗ ਵੀ ਸਾਡਾ ਸਤਿਕਾਰਤ ਆ, ਸਾਡੀ ਵਿਰਾਸਤ ਆ। ਤਾਂ ਕਿਸੇ ਰੰਗ ਦੇ ਨਾਲ, ਕਿਸੇ ਦੇ ਨਾਲ ਕੋਈ ਦਿੱਕਤ ਨਹੀਂ। ਬੇਨਤੀ ਸਿਰਫ ਇਹੀ ਲਗਾਤਾਰ ਸਟੇਜ ਤੋਂ ਕੀਤੀ ਜਾ ਰਹੀ ਆ ਕਿ ਸੈਂਟਰ ਗੌਰਮੈਂਟ ਜਿਹੜੀ ਕਿ ਇੱਕ ਫਿਰਕਾ ਪ੍ਰਸਤ ਸਰਕਾਰ ਆ, ਲਗਾਤਾਰ ਉਹਨੇ ਅਲੱਗ-ਅਲੱਗ ਅੰਦੋਲਨਾਂ ਨੂੰ ਬਦਨਾਮ ਕਰਕੇ ਢਾਹ ਲਾਈ ਹੈਗੀ ਆ ਕਿ ਪੰਜਾਬ 'ਚ ਜਿਸ ਤਰ੍ਹਾਂ ਦੀ ਕਿਸਾਨੀ ਦੀ ਹਾਲਤ ਆ, ਬੜੀ ਤਰਾਸਦਿਕ ਹਾਲਤ ਆ ਪੰਜਾਬ ਹਰਿਆਣੇ ਦੇ ਵਿੱਚ, ਤਾਂ ਉਹਦੀ ਮੁਕਤੀ ਲਈ ਇੱਕ ਬੜੀ ਵੱਡੀ ਲਹਿਰ ਉੱਠੀ ਆ। ਇਤਿਹਾਸ 'ਚ ਜਿਹੀਆਂ ਲਹਿਰਾਂ ਕਦੇ-ਕਦੇ ਉੱਠਦੀਆਂ ਨੇ, ਪਿਛਲੇ 100 ਸਾਲਾਂ ਦੀ ਸਭ ਤੋਂ ਵੱਡੀ ਲਹਿਰ ਆ।
ਤੋ ਇਹ ਜ਼ਿੰਮੇਵਾਰੀ ਆਗੂਆਂ ਸਿਰ ਕਿ ਇਹ ਇਸ ਲਹਿਰ ਚੋਂ ਕਿਸਾਨੀ ਦੀ ਮੁਕਤੀ ਦਾ ਕੋਈ ਰਾਹ ਨਿਕਲੇ, ਕਿਸਾਨੀ ਜਿੱਤ ਕੇ ਜਾਵੇ, ਉਤਸ਼ਾਹਿਤ ਹੋ ਕੇ ਜਾਵੇ, ਤਾਂ ਕਿ ਜ਼ਿੰਦਗੀ ਦੀਆਂ ਆਪਣੀਆਂ ਖੇਤੀ ਦੀਆਂ ਸਮੱਸਿਆਵਾਂ ਤੇ ਉਹ ਲੜਨ ਦਾ ਗਾਂ ਵੀ ਹੀਆ ਕਰ ਸਕੇ। ਜੇ ਇਸ ਅੰਦੋਲਨ ਦਾ ਕੋਈ ਨੁਕਸਾਨ ਹੁੰਦਾ, ਐਡੀ ਲਹਿਰ ਹੋਣ ਦੇ ਬਾਵਜੂਦ ਵੀ ਇਹਦਾ ਕੋਈ ਨੁਕਸਾਨ ਹੁੰਦਾ, ਤਾਂ ਇਹਦੇ ਵਾਸਤੇ ਫਿਰ ਇੱਕ ਦੂਜੇ ਨੂੰ ਦੋਸ਼ ਦਿੰਦੇ ਰਵਾਂਗੇ। ਤੋ ਇਸ ਕਰਕੇ ਪਹਿਲਾਂ ਅਗਾਹ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਸੀਗੀ, ਹੋਰ ਇਹਦੇ 'ਚ ਦੂਸਰੀ ਹੋਰ ਕੋਈ ਗੱਲ ਨਹੀਂ ਗੀ। ਅੱਛਾ, ਕੁਝ ਲੋਕੀ ਕਹਿੰਦੇ ਵੀ ਸਾਡੇ ਧਾਰਮਿਕ ਜਿਹੜੇ ਸੈਂਟੀਮੈਂਟ ਹੈ ਉਹ ਹਰਟ ਹੋਏ ਹੈ। ਉਹ ਬੇਸ਼ੱਕ ਬਾਹਰ ਬੈਠੇ ਕੁਝ ਲੋਕ ਹੋਣ, ਬੇਸ਼ੱਕ ਇੱਥੇ ਜਿਹੜੇ ਥੋੜੇ ਜ਼ਿਆਦਾ ਰਿਲੀਜੀਅਸ ਲੋਕ ਹੁੰਦੇ ਆ, ਧਾਰਮਿਕ ਹੁੰਦੇ, ਉਹ ਇਹ ਗੱਲ ਨੂੰ ਮਹਿਸੂਸ ਉਹਨਾਂ ਨੇ ਕੀਤਾ ਹੈ ਵੀ ਰਾਜੇਵਾਲ ਸਾਹਿਬ ਨੇ ਜਦੋਂ ਕਿਹਾ ਵੀ ਨਿਸ਼ਾਨ ਸਾਹਿਬ ਹੈ ਜਿਹੜੇ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ, ਤੁਸੀਂ ਸਮਝਾ ਸਕਦੇ ਹੋ ਉਹ ਕਿਹੜੀ ਭਾਵਨਾ ਦੇ ਤਹਿਤ ਉਹਨਾਂ ਨੇ ਇਹ ਗੱਲ ਕਹੀ ਸੀ, ਜਾਂ ਉਹਦਾ ਕੋਈ ਗਲਤ ਮਤਲਬ ਲੈ ਲਿਆ ਗਿਆ, ਜਾਂ ਲੋਕ ਹੈ ਜਿਹੜੇ ਉਹੀ ਗਲਤ ਜਾਣਬੁੱਝ ਕੇ ਪ੍ਰੋਜੈਕਟ ਕਰ ਰਹੇ ਆ ਇਸ ਗੱਲ ਨੂੰ? ਦੇਖੋ, ਰਾਜੇਵਾਲ ਸਾਹਿਬ ਖੁਦ ਅੰਮ੍ਰਿਤਧਾਰੀ ਬੰਦੇ ਨੇ, ਇੱਕ ਅੰਮ੍ਰਿਤਧਾਰੀ ਦੂਜੇ ਅੰਮ੍ਰਿਤਧਾਰੀ ਨੂੰ ਅਪੀਲ ਕਰੇ, ਇਹਨੂੰ ਕਿੱਦਾਂ ਲੈਣਾ ਚਾਹੀਦਾ? ਇਹਨੂੰ ਕਿੱਦਾਂ ਲੈਣਾ ਚਾਹੀਦਾ? ਗੱਲ ਤਾਂ ਸਿਰਫ ਇੰਨੀ ਕੁ ਸੀ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸਾਡੇ ਹੋ। ਰਾਜੇਵਾਲ ਸਾਹਿਬ ਦੇ ਖਿਲਾਫ ਤਾਂ ਮਾਹੌਲ ਐ ਬਣਿਆ ਪਿਆ, ਕਹਿੰਦੇ ਉਹਦਾ ਕਾਮਰੇਡ ਹੈ, ਵਿੱਚੇ ਕਹੀ ਜਾਂਦੇ ਉਹ ਕਾਂਗਰਸੀ ਹੈ। ਅੰਮ੍ਰਿਤਧਾਰੀ ਕਾਮਰੇਡ ਕਿਵੇਂ ਹੋ ਸਕਦਾ? ਨਹੀਂ, ਦੇਖੋ, ਜ਼ੁਲਮ ਦੇ ਖਿਲਾਫ ਲੜਨ ਵਾਲਾ ਬੰਦਾ ਹਰ ਖਾਲਸਾ ਤੇ ਹਰ ਕੋਈ ਕਾਮਰੇਡ ਆ। ਗੱਲ ਤਾਂ ਹੈਗੀ ਕਿ ਗੁਰੂ ਸਾਹਿਬ ਨੇ ਭਾਈ ਲਾਲੋਆਂ ਦੀ ਗੱਲ ਕੀਤੀ, ਜਿਹੜੇ ਕਮਿਊਨਿਸਟ ਆ ਵੀ ਭਾਈ ਲਾਲੋਆਂ ਦੀ ਗੱਲ ਕਰਦੇ ਹੈਗੇ ਆ। ਤੋ ਅੱਜ ਜਿਹੜੇ ਕਾਰਪੋਰੇਟ ਨੂੰ ਸਭ ਕੁਝ ਲੁਟਾਉਣ ਦੀ ਗੱਲ ਹੋ ਰਹੀ ਹੈ ਇਸ ਮੁਲਕ 'ਚ, ਤੋ ਕਾਰਪੋਰੇਟ ਦੇ ਖਿਲਾਫ ਜਿਹੜੇ ਲੋਕ ਲੜ ਰਹੇ ਤੇ ਜਿਹੜੀ ਅਗਵਾਈ ਕਰਨ ਵਾਲੇ ਆ ਉਹ ਸਾਰੇ ਸਤਿਕਾਰਤ ਨੇ। ਭਾਵੇਂ ਕੋਈ ਆਪਣੇ ਆਪ ਨੂੰ ਕਮਿਊਨਿਸਟ ਕਹਿੰਦਾ, ਭਾਵੇਂ ਕੋਈ ਖਾਲਸਾ ਕਹਿੰਦਾ, ਸਾਡੇ ਲਈ ਸਾਰੇ ਸਤਿਕਾਰਤ ਨੇ ਤੇ ਸਾਰੇ ਇੱਕੋ ਜਿਹਾ ਰਲ ਮਿਲ ਕੇ ਜਿਹੜਾ ਹੈਗਾ ਉਹ ਲੜ ਰਹੇ ਹੈਗੇ ਆ। ਉਹਨਾਂ ਨੇ ਬਾਅਦ 'ਚ ਇਹ ਵੀ ਕਿਹਾ ਕਿ ਉਹਨਾਂ ਦੀ ਮਨਸ਼ਾ ਨਹੀਂ ਸੀ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ। ਸਾਡੀ ਵੀ ਕਿਸੇ ਦੀ ਕੋਈ ਮਨਸ਼ਾ ਨਹੀਂ ਹੈਗੀ। ਸਿੱਖੀ ਸਾਡੀ ਵਿਰਾਸਤ ਆ, ਜਿਹਦੇ ਤੋਂ ਅਸੀਂ ਲੜਨ ਦੀ, ਜੂਝਣ ਦੀ ਜਿਹੜੀ ਹੈਗੀ ਆ ਪ੍ਰੇਰਨਾ ਲੈਂਦੇ ਹੈਗੇ ਆ। ਹੁਣ ਤੁਸੀਂ ਦੇਖੋ, ਕੁਝ ਦਿਨ ਪਹਿਲਾਂ ਕਿਸੇ ਨੇ ਪੁੱਛਿਆ ਇੱਥੇ ਵੀ ਇਹ ਲੰਗਰ ਕਿੰਨਾ ਸਮਾਂ ਚੱਲੂਗਾ, ਤਾਂ ਅੱਗੋਂ ਸਧਾਰਨ ਬੰਦੇ ਨੇ ਜਵਾਬ ਦਿੱਤਾ ਵੀ ਇਹ ਤਾਂ 550 ਸਾਲ ਤੋਂ ਚੱਲਦਾ ਆ ਰਿਹਾ ਹੈਗਾ। ਠੀਕ ਹੈ, ਤੋ ਜਿਵੇਂ ਕੇਂਦਰ ਸਰਕਾਰ ਨੂੰ ਲੱਗਦਾ ਸੀਗਾ ਵੀ ਸ਼ਾਇਦ ਵੀ ਇੱਥੇ ਇੰਨਾ ਸਮਾਂ ਨਹੀਂ ਬੈਠ ਸਕਣਗੇ, ਭੁੱਖੇ ਮਰਨਗੇ, ਆਪੇ ਚਲੇ ਜਾਣਗੇ। 6-6 ਮਹੀਨੇ ਦਾ ਅਸੀਂ ਰਾਸ਼ਨ ਲੈ ਕੇ ਆਏ ਹਾਂ ਤੇ 3-3 ਸਾਲਾਂ ਦਾ ਰਾਸ਼ਨ ਲੋਕਾਂ ਨੇ ਹੋਰ ਜਿਹੜਾ ਉਹ ਜਮ੍ਹਾਂ ਕਰਤਾ। ਕੱਲ੍ਹ ਅਸੀਂ ਉੱਥੇ ਭੁੱਖ ਹੜਤਾਲ 'ਤੇ ਬੈਠੇ ਸੀਗੇ ਤਾਂ ਉਹ 5 ਲੋਈਆਂ ਤਾਂ ਲੋਕ ਸਾਡੇ ਗਲ 'ਚ ਪਾ ਗਏ। ਤਾਂ ਅਸੀਂ ਤਾਂ ਹੱਸ ਰਹੇ ਸੀ ਕਿ ਇੰਨੀਆਂ ਲੋਈਆਂ ਤਾਂ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਉਦੋਂ ਜਿਹੜੀਆਂ ਨੇ ਉਹ ਪੈਂਦੀਆਂ ਨੇ। ਤਾਂ ਕਿਸੇ ਚੀਜ਼ ਦੀ ਜਿਹੜੀ ਹੈਗੀ ਆ ਤੋਟ ਨਹੀਂ ਆ ਰਹੀਗੀ। ਔਰ ਇਹ ਜਿਹੜੇ ਲੋਕ ਇੰਨਾ ਕੁਛ ਕਰ ਰਹੇ ਆ ਉਹਨਾਂ ਨੇ ਪ੍ਰੇਰਨਾ ਆਪਣੀ ਵਿਰਾਸਤ ਤੋਂ ਲਈ ਆ, ਆਪਣੇ ਵਿਰਸੇ ਤੋਂ ਲਈ ਹੈਗੀ ਆ, ਤੇ ਉਸ ਵਿਰਸੇ ਤੇ ਸਾਨੂੰ ਮਾਣ ਹੈਗਾ। ਤੇ ਉਸ ਵਿਰਸੇ ਦੇ ਖਿਲਾਫ ਕੋਈ ਕਿਵੇਂ ਬੋਲ ਸਕਦਾ ਹੈਗਾ? ਇਹ ਤਾਂ ਜਿਹੜੇ ਲੋਕ ਸਾਡੇ ਘੋਲ ਨੂੰ ਢਾਹ ਲਾਉਣਾ ਚਾਹੁੰਦੇ ਹੈਗੇ ਆ। ਤੁਸੀਂ ਇਹ ਦੇਖੋ ਕਿ ਜਿਹੜੇ ਇਸ ਘੋਲ ਨੂੰ ਢਾਹ ਲਾਉਣਾ ਚਾਹੁੰਦੇ ਆ ਸ਼ੁਰੂ ਤੋਂ ਕੁਛ ਨਾ ਕੁਛ ਕਰ ਰਹੇ ਹੈਗੇ। ਜਦੋਂ ਇਹ ਘੋਲ ਸ਼ੁਰੂ ਹੋਇਆ, ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਇਹ ਕਾਨੂੰਨ ਵਿਰਸਾ ਵੀ ਠੀਕ ਹੈ। ਇੱਕ ਸਵਾਲ ਫਿਰ ਇਹ ਵੀ ਹੈ, ਵਿਰਸਾ ਠੀਕ ਹੈ, ਉਹਨਾਂ ਨੇ ਕਿਹਾ ਨਿਹੰਗ ਜਥੇਬੰਦੀਆਂ ਸਾਡਾ ਵਿਰਸਾ ਨੇ, ਸਾਡੀ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ। ਪਰ ਇੱਕ ਪ੍ਰੈਕਟੀਕਲ ਗੱਲ ਇਹ ਵੀ ਹੈ ਵੀ ਪੂਲਾ ਵੀ ਨਿਹੰਗ ਸੀ, ਪੂਲਾ ਵੀ ਤਾਂ ਨਿਹੰਗ ਸੀ ਨਾ। ਫਿਰ ਪੂਲੇ ਦਾ ਅੰਤ ਵੀ ਕੀ ਹੋਇਆ, ਔਰ ਪੂਲੇ ਨੇ ਕੀਤਾ ਵੀ ਕੀ ਸਾਰੀ ਜ਼ਿੰਦਗੀ? ਇਹ ਵੀ ਕਈ ਲੋਕ ਸਵਾਲ ਉਠਾ ਰਹੇ ਆ। ਸੋ ਜੇ ਉਹਨਾਂ ਨੇ ਇਹ ਸਵਾਲ ਉਠਾਇਆ ਨਿਹੰਗ ਜਥੇਬੰਦੀਆਂ ਤੇ, ਤਾਂ ਕੀ ਇਹ ਸਵਾਲ ਉਹਨਾਂ ਦਾ ਜਾਇਜ਼ ਸੀਗਾ ਕਿ ਤੁਸੀਂ ਥੋੜਾ ਜਿਹਾ ਪਿੱਛੇ ਹੋ ਜਾਓ? ਨਹੀਂ, ਉਹਨਾਂ ਨੇ ਕੋਈ ਸਵਾਲ ਨਹੀਂ ਉਠਾਇਆ, ਉਹਨਾਂ ਨੇ ਤਾਂ ਬੇਨਤੀ ਕੀਤੀ ਹੈ। ਔਰ ਇਹ ਬੇਨਤੀ ਅਸੀਂ ਵਾਰ-ਵਾਰ ਕਰ ਰਹੇ ਹਾਂ ਕਿ ਦੇਖੋ, ਪਹਿਲੀ ਤਾਂ ਗੱਲ ਸਾਰੇ ਲੋਕਾਂ ਦੇ ਸਮਝਣ ਵਾਲੀ ਇਹ ਗੱਲ ਆ ਜਿਹੜੀ ਮੈਂ ਅੱਗੇ ਕਹਿਣ ਲੱਗਾ ਸੀ। ਕਿਸਾਨ ਕਾਨੂੰਨ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਪੜ੍ਹੇ, ਪਿੰਡਾਂ 'ਚ ਕੰਪੇਨ ਚਲਾਈ, ਪੰਜਾਬ ਬੰਦ ਕੀਤਾ, ਦੇਸ਼ ਭਰ ਦੀਆਂ ਜਥੇਬੰਦੀਆਂ ਨਾਲ ਤਾਲਮੇਲ ਕੀਤਾ, ਦਿੱਲੀ ਆਉਣ ਦਾ ਸੱਦਾ ਦਿੱਤਾ। ਇਹ ਸਾਰਾ ਕੁਝ ਚੱਲੀ ਗਿਆ। ਨਾਲ ਇੱਕ ਇਹ ਵੀ ਚੱਲੇ ਗਿਆ, ਇਹ ਵਿਕ ਜਾਂਦੇ ਆ, ਇਹ ਰਲ ਜਾਂਦੇ ਆ। ਸਰਕਾਰ ਨੂੰ ਗਰਾਊਂਡ 'ਚ ਮਾਤ ਦੇਤੀ, ਸਰਕਾਰ ਨੂੰ ਟੇਬਲ ਟਾਕ ਤੇ ਮਾਤ ਦੇਤੀ, ਸਰਕਾਰ ਦੀ ਦੁਨੀਆ 'ਚ ਬੱਸ ਕਰਾਤੀ। ਮੋਦੀ ਸਰਕਾਰ ਨੂੰ ਸਭ ਤੋਂ ਪਹਿਲੀ ਵੀ ਏਡੀ ਚੁਣੌਤੀ ਦਿੱਤੀ। ਇਹ ਕੋਈ ਮੂਵਮੈਂਟ ਅਸਮਾਨ 'ਚੋਂ ਡਿੱਗੀ ਹੋਈ ਆ? ਕੀ ਇਸ ਮੂਵਮੈਂਟ ਨੂੰ ਬਿਲਡ ਕਰਨ ਦੇ ਵਿੱਚ, ਇਹਨੂੰ ਬਣਾਉਣ ਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਦਾ ਕੋਈ ਰੋਲ ਨਹੀਂਗਾ? ਜਿਹੜੇ ਬੰਦੇ ਇਸ ਤਰ੍ਹਾਂ ਦੇਖ ਰਹੇ ਹੈਗੇ ਆ ਉਹ ਸ਼ੁਰੂ ਤੋਂ ਲਗਾਤਾਰ ਕੂੜ ਪ੍ਰਚਾਰ ਕਰਦੇ ਆ ਰਹੇ ਆ ਤੇ ਹੁਣ ਵੀ ਕਰਦੇ ਰਹੇ ਆ। ਸਾਡੀ ਬੇਨਤੀ ਇਹ ਸੀ ਕਿ ਜਿਹੜੇ ਲੋਕ ਵੀ ਵਾਰ-ਵਾਰ ਵੀ ਸਟੇਜ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਵੀ ਸਾਨੂੰ ਬੁਲਾਓ, ਸਾਨੂੰ ਬੁਲਾਓ, ਵੀ ਕੀ ਇਹ ਕਿਸਾਨ ਲਹਿਰ ਜਿਹੜੇ ਲੋਕਾਂ ਨੇ ਬਣਾਈ ਆ ਉਹਦੀ ਅਗਵਾਈ ਕਰ ਰਹੇ ਆ
ਕੀ ਉਹਨਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਨਹੀਂ ਵੀ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾਗਾ। ਤੇ ਜੇ ਕੋਈ ਬੋਲਦਾ ਸਾਰਿਆਂ ਨੂੰ ਟਾਈਮ ਦਿੱਤਾ ਜਾ ਰਿਹਾ, ਸਿਰਫ ਇਹ ਕਹਿਣਾ ਕਿ ਯਾਰ ਵੀ ਕਿਸਾਨੀ ਮੁੱਦਿਆਂ ਤੇ ਕੇਂਦਰਿਤ ਕਰੋ, 3 ਕਾਨੂੰਨਾਂ ਜਿਹੜੇ ਸਾਨੂੰ ਮਾਰਨ ਲਈ ਬਣੇ ਉਹਦੇ ਤੇ ਕੇਂਦਰਿਤ ਕਰੋ, ਇੰਨੀ ਬੇਨਤੀ ਤਾਂ ਕਰ ਹੀ ਸਕਦੇ ਆ। ਦੂਸਰੀ ਗੱਲ ਵੀ ਸਟੇਜ ਤੋਂ ਤੁਸੀਂ ਦੇਖ ਲਓ ਕਿ ਸਿੰਘੂ 15-16 ਕਿਲੋਮੀਟਰ ਲੰਬਾ ਕਾਫਲਾ ਖੜਾ। ਹੁਣ ਜਿਵੇਂ ਨਿਹੰਗ ਸਿੰਘ ਸਟੇਜ ਤੋਂ ਪਿਛਲੇ ਪਾਸੇ ਬੈਠੇ ਆ, ਸਿਰਫ ਉਹੀ ਪਿਛਲੇ ਪਾਸੇ ਬੈਠੇ ਆ, ਤੇ ਜੇ ਉਹ 16 ਕਿਲੋਮੀਟਰ ਲੋਕ ਇੱਧਰ ਬੈਠੇ ਆ ਤੇ ਜੇ ਉਹ ਵੀ ਉੱਧਰ ਆ ਜਾਣਗੇ, ਜੇ ਉਸ ਘੋਲ 'ਚ ਹੀ ਸ਼ਾਮਲ ਹੋਏ ਆ, ਉਸ ਘੋਲ 'ਚ ਜਿਹੜੇ 16 ਕਿਲੋਮੀਟਰ ਲੰਬੇ ਬੈਠੇ ਆ ਉਹ ਕੋਈ ਬਾਹਰ ਤਾਂ ਬੈਠੇ ਨਹੀਂਗੇ। ਇਹੀ ਬੇਨਤੀ ਕੀਤੀ ਆ, ਮੰਨਣਾ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈਗੀ ਆ, ਇਹਦੇ 'ਚ ਕੀ ਗਲਤ ਹੈਗਾ। ਤੇ ਫਿਰ ਵੀ ਉਹਨਾਂ ਨੇ ਕਹਿਤਾ ਜੇ ਕਿਸੇ ਨੂੰ ਫਿਰ ਵੀ ਕਿਸ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਆ ਤੇ ਉਹ ਮਾਫੀ ਮੰਗਦੇ ਹੈਗੇ ਆ। ਤਾਂ ਇਸ ਤੋਂ ਵੱਧ ਤਾਂ ਕੀ ਕਿਹਾ ਜਾ। ਬਹੁਤ ਸਾਰੇ ਲੋਕ ਇਹ ਵੀ ਗੱਲ ਕਰ ਰਹੇ ਸੀ, ਮੈਂ ਵੀ ਕੋਸ਼ਿਸ਼ ਕੀਤੀ ਬਾਬਾ ਬਲਵੀਰ ਸਿੰਘ ਹੋਰਾਂ ਨਾਲ ਗੱਲ ਕਰਨ ਦੀ, ਬੁੱਢਾ ਦਲ ਵਾਲਾ। ਉਹ ਬੁੱਢਾ ਦਲ ਦੇ ਲੋਕ ਹੈ ਨਹੀਂਗੇ। ਜਿਹੜਾ ਜੱਥਾ ਉੱਥੇ ਬੈਠਾ ਹੈ ਉਹ ਆਪਣੇ ਆਪ ਨੂੰ ਕਹਿੰਦਾ ਬੇਸ਼ੱਕ ਨਿਹੰਗ ਜਥੇਬੰਦੀ, ਉਹ ਬੁੱਢਾ ਦਲ ਅਖਬਾਰ ਹੀ ਹੈ, ਪਰ ਉਹ ਬੁੱਢਾ ਦਲ ਦੇ ਹੈ ਨਹੀਂਗੇ। ਉਹਦੇ ਚੋਂ ਨਿਕਲੇ ਹੋਏ ਆ, ਅਲੱਗ ਹੋਇਆ ਹੋਇਆ ਗੁੱਟ ਹੈ ਉਹ। ਤਾਂ ਇਹ ਜਿਹੜਾ ਖਦਸ਼ਾ ਉਹਨਾਂ ਦਾ ਰਾਜੇਵਾਲ ਸਾਹਿਬ ਦਾ, ਇਹ ਜਾਇਜ਼ ਹੋ ਸਕਦਾ ਹੈ? ਨਹੀਂ, ਮੈਂ ਤਾਂ ਇੱਥੇ ਕੁਝ ਨਹੀਂ ਕਹੂੰਗਾ। ਮੈਂ ਤਾਂ ਸਿਰਫ ਉਹੀ ਜੀ, ਉਹ ਕਿਹੜੇ ਦਲ ਨਾਲ ਨੇ ਕਿਹੜੇ ਨਾਲ ਨਹੀਂ, ਇਹ ਸਾਡਾ ਸਵਾਲ ਨਹੀਂ। ਜਿਹੜਾ ਵੀ ਸਾਡੇ ਘੋਲ 'ਚ ਆ ਗਿਆ ਅਸੀਂ ਉਹਦਾ ਸਨਮਾਨ ਕਰਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਜਾਬਤਾ ਤੈਅ ਹੋਇਆ ਉਹਦੇ 'ਚ ਰਹੋ, ਹੈ ਨਾ। ਇਹ ਸਿਰਫ ਇੰਨੀ ਬੇਨਤੀ ਹੋਈ ਆ, ਹੋਰ ਉਹ ਕਿਸ ਨਾਲ ਸੰਬੰਧਿਤ ਨੇ ਕਿਸ ਨਾਲ ਨਹੀਂ, ਸਾਡਾ ਇਹ ਵਿਸ਼ਾ ਨਹੀਂ ਹੈਗਾ। ਅੱਛਾ, ਜਿਹੜੇ ਲੋਕ ਤੁਸੀਂ ਵੀ ਗੱਲ ਕਰ ਰਹੇ ਹੋ, ਬਹੁਤ ਸਾਰੇ ਲੋਕ ਸ਼ਰਾਰਤਾਂ ਕਰ ਰਹੇ ਹੈਗੇ, ਬਹੁਤ ਸਾਰੇ ਲੋਕ ਇਹਨੂੰ ਮਤਲਬ ਉਹ ਕੌਣ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਵੀ ਇਹ ਕਾਮਯਾਬ ਹੋਵੇ? ਦੇਖੋ, ਇੱਕ ਤਾਂ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਆ, ਸ਼ੁਰੂ ਤੋਂ ਇਹਨੂੰ ਅਲੱਗ-ਅਲੱਗ ਉਹਨੇ ਕੋਸ਼ਿਸ਼ ਕੀਤੀ ਨਾਂ ਦੇਣ ਦੀ। ਜਦੋਂ ਪੰਜਾਬ ਬੰਦ ਹੋਇਆ, ਪੰਜਾਬ 'ਚ ਜਦੋਂ ਇਹਨਾਂ ਨੇ ਮਾਲ ਗੱਡੀਆਂ ਰੋਕੀਆਂ ਨੇ, ਪੰਜਾਬ ਦੀ ਖਾਦ ਰੋਕੀ ਆ, ਕੋਲਾ ਰੋਕਿਆ ਹੈਗਾ, ਉਦੋਂ ਇਹ ਕਹਿੰਦੇ ਰਹੇ ਕਿ ਇਹ ਕਾਂਗਰਸ ਦੀ ਪੈਦਾਇਸ਼ ਆ, ਵੀ ਕਾਂਗਰਸ ਨੇ ਇਸ ਅੰਦੋਲਨ ਨੂੰ ਜਿਹੜਾ ਹੈਗਾ ਉਹ ਖੜਾ ਕੀਤਾ। ਜਦੋਂ ਅਸੀਂ ਦਿੱਲੀ ਆ ਗਏ, ਪਹਿਲਾਂ ਉਹਨਾਂ ਨੇ ਕਿਹਾ ਵੀ ਇਹਦੇ 'ਚ ਖਾਲਿਸਤਾਨੀ ਨੇ। ਜਦੋਂ ਉਹ ਉਹਨਾਂ ਦੀ ਗੱਲ ਨਹੀਂ ਚੱਲੀਗੀ, ਫਿਰ ਕਦੀ ਉਹਨਾਂ ਨੇ ਕਿਹਾ ਵੀ ਸਿੱਖ ਨੇ, ਉਹ ਨਹੀਂ ਗੱਲ ਚੱਲੀ। ਹਰਿਆਣੇ ਵਾਲੇ ਨਾਲ ਆ, ਹਰਿਆਣੇ ਵਾਲੇ ਨੇ ਕਿਹਾ ਕਿ ਪੰਜਾਬ ਹਮਾਰਾ ਬੜਾ ਭਾਈ ਹੈ, ਵੀ ਜੇ ਉਸकी ਤਰਫ ਉਂਗਲੀ ਉਠਾਏਗਾ ਉਸका हाथ काट देंगे। ਫਿਰ ਉਹਨਾਂ ਨੇ ਕਿਹਾ ਵੀ ਇਹ ਮਾਓਵਾਦੀ ਨੇ। ਮਤਲਬ ਉਹ ਅਲੱਗ-ਅਲੱਗ ਤਰੀਕਾਂ ਦੇ ਨਾਲ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕਰ ਰਹੇ ਹੈਗੇ ਆ, ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਫੇਲ ਹੋ ਰਹੀਆਂ ਨੇ। ਲੋਕ ਬੜੇ ਚਕੰਨੇ ਆ। ਰਾਤ ਵੀ, ਕੱਲ੍ਹ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਰਹੇ, ਰਾਤ ਦੇ 2:30 ਵਜੇ ਤੱਕ ਅਸੀਂ ਫੋਨਾਂ ਦਾ ਜਵਾਬ ਦਿੰਦੇ ਰਹੇ। ਅਲੱਗ-ਅਲੱਗ ਪੱਤਰਕਾਰ ਵੀਰ ਜਿਹੜੇ ਸੀਗੇ ਉਹ ਪੁੱਛਦੇ ਰਹੇ। ਤੋ ਸਾਰਿਆਂ ਦਾ ਇਹ ਸੀਗਾ ਯਾਰ ਵੀ ਇਹ ਅੰਦੋਲਨ ਠੀਕ ਦਿਸ਼ਾ 'ਚ ਜਾਵੇ। ਤਾਂ ਅਸੀਂ ਸਾਰਿਆਂ ਨੂੰ ਕਿਹਾ ਵੀ ਨਿਸ਼ਚਿੰਤ ਰਹੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸਾਰੇ ਰੰਗ ਇਹ 'ਚ ਸ਼ਾਮਲ ਨੇ, ਸਾਰੇ ਸਤਿਕਾਰਤਾ ਔਰ ਰਲ ਮਿਲ ਕੇ ਇਹ ਘੋਲ ਲੜ ਰਹੇ ਆ। ਔਰ ਸਾਰੇ ਇਸੇ ਤਰ੍ਹਾਂ ਅਸੀਂ ਕਹਿੰਦੇ ਕਿ 2 ਚੀਜ਼ਾਂ ਅੱਜ ਜ਼ਰੂਰਤ ਆ, ਉਹ ਹੋ ਜਾਣ, ਜਿੱਤ ਦੀ ਗਰੰਟੀ ਆ। ਇੱਕ ਤਾਂ ਵੀ ਜੋ ਕਿਸਾਨ ਜਥੇਬੰਦੀਆਂ ਇਹ ਜਾਬਤਾ ਤੈਅ ਕਰਦੀਆਂ ਨੇ, ਜੋ ਤੈਅ ਕਰਦੀਆਂ ਨੇ ਕਿ ਉਹਦੇ ਮੁਤਾਬਕ ਚੱਲੇ, ਕੋਈ ਆਪ ਹੁਦਰੀਆਂ ਨਾ ਕਰਨ। ਜਥੇਬੰਦੀਆਂ ਜੋ ਚਲਾ ਰਹੀਆਂ ਘੋਲ, ਉਹਦੇ ਮੁਤਾਬਕ ਜੋ ਉਹ ਐਕਸ਼ਨ ਪਲਾਨ ਲੀਕਦੇ ਆ, ਜੋ ਸੱਦਾ ਦਿੰਦੇ ਆ ਵੀ ਕਿਹਨੂੰ ਘੇਰਨਾ, ਕਿਹਦਾ ਬਾਈਕਾਟ ਕਰਨਾ, ਕੀ ਐਕਸ਼ਨ ਕਰਨਾ, ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਲੋਕ ਦੁਨੀਆ ਭਰ ਦੇ ਉਹ ਬੇਨਤੀ ਆ ਕਿ ਉਹ ਇਸ ਚੀਜ਼ ਨੂੰ ਫੋਲੋ ਕਰਨ, ਕਰ ਵੀ ਰਿਹਾ ਪਹਿਲਾਂ ਵੀ। ਦੂਸਰਾ ਕਿ ਘੋਲ ਪੂਰਾ ਅਮਨ ਰਹੇ। ਇਸ ਘੋਲ ਨੂੰ ਹੁਣ ਤੱਕ ਹਾਈਜੈਕ ਕਰਨ ਦੀ ਕੋਸ਼ਿਸ਼ ਤੁਹਾਨੂੰ ਲੱਗਦਾ ਹੈ ਕਿਤੇ ਹੋਈ ਹੈ? ਵੀ ਮਤਲਬ ਅਲੱਗ ਹੀ ਵਿਚਾਰਧਾਰਾ ਦੇ ਲੋਕ ਆ ਕੇ ਇਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦੇ ਹੋਣ? ਨਹੀਂ, ਇਸ ਤਰ੍ਹਾਂ ਦੀ ਕੋਸ਼ਿਸ਼ ਰਹੀ ਹੋਊਗੀ, ਪਰ ਕੋਈ ਇੱਦਾਂ ਬਹੁਤ ਉੱਭਰ ਕੇ ਕੋਸ਼ਿਸ਼ ਆਈ ਹੋਵੇ ਇਸ ਤਰ੍ਹਾਂ ਨਹੀਂ ਹੈਗਾ। ਪਰ ਜਿਹੜੀਆਂ ਬੀਜੇਪੀ ਹੈਗੀ ਆ, ਸੈਂਟਰ ਗੌਰਮੈਂਟ ਦੀਆਂ ਏਜੰਸੀਆਂ ਨੇ, ਉਹਨਾਂ ਦਾ ਆਈਟੀ ਸੈੱਲ ਆ, ਉਹਨੂੰ ਡੀਫੇਮ ਇੱਕ ਰੰਗ 'ਚ ਰੰਗਣ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ। ਕਦੇ ਲਾਲ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ, ਕਦੇ ਇਹਨੂੰ ਖਾਲਿਸਤਾਨੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਕਦੇ ਕੁਛ ਕਰ ਰਿਹਾ, ਪਰ ਉਹ ਸਾਰੀਆਂ ਗੱਲਾਂ ਲੋਕ। ਅੱਛਾ, ਤੁਹਾਨੂੰ ਲੱਗਦਾ ਰਜਿੰਦਰ, ਜਿਸ ਦਿਨ ਸ਼ਾਇਦ ਜਿਹੜੇ ਸਿੱਖ ਹਲਕੇ ਹੈ ਜਾਂ ਸਿੱਖ ਸੈਂਟੀਮੈਂਟ ਆ, ਉਹ ਇਸ ਕਰਕੇ ਵੀ ਜ਼ਿਆਦਾ ਹਰਟ ਹੋਇਆ ਕਿ ਜਿਸ ਦਿਨ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੇ ਬੈਨਰ ਹੇਠ ਕੁਝ ਲੋਕਾਂ ਨੇ ਉਹ ਸ਼ਰਜਿਲ ਇਮਾਮ ਹੋਰਾਂ ਦੇ ਪੋਸਟਰ ਲਹਿਰਾਤੇ। ਹੁਣ ਉਹਦੇ ਤੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਸੀ। ਉਹ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਹਿਊਮਨ ਰਾਈਟਸ ਹੈ ਜਾਂ ਮਨੁੱਖੀ ਹੱਕ ਹੈ, ਉਹਦੀ ਲੜਾਈ ਭਾਈ ਹਰ ਖਿੱਤੇ ਦੀ ਆਪੋ ਆਪਣੀ ਹੈ। ਉਹ ਬੰਗਾਲ ਦੀ ਲੜਾਈ ਆਪਣੀ ਹੈ, ਪੰਜਾਬ ਦੀ ਲੜਾਈ ਆਪਣੀ ਹੈ। ਜੇ ਅਸਮ ਦਾ ਸ਼ਰਜਿਲ ਇਮਾਮ ਹੈ ਤਾਂ ਪੰਜਾਬ ਦੇ ਵਿੱਚ ਸ਼ਰਜਿਲ ਇਮਾਮ ਦੀ ਨਹੀਂ, ਫਿਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰੋ ਨਾ। ਮਤਲਬ
ਪੰਜਾਬ ਦੇ ਮਨੁੱਖੀ ਹੱਕ ਹੋਰ ਨੇ, ਅਸਮ ਦੇ ਹੋਰ ਨੇ, ਬੰਗਾਲ ਦੇ ਹੋਰ ਨੇ। ਤਾਂ ਜਦੋਂ ਮਤਲਬ ਜਿਹੜੀ ਕਮਿਊਨਿਸਟ ਵਿਚਾਰਧਾਰਾ ਨੇ ਮਨੁੱਖੀ ਹੱਕ ਵੀ ਇੰਪੋਰਟ ਕਰ ਲਏ, ਉੱਥੋਂ ਲੋਕਾਂ ਨੂੰ ਗੁੱਸਾ ਹੋਇਆ ਤੇ ਉਹਦਾ ਗੁੱਸਾ ਫਿਰ ਕੱਲ ਇਹਨਾਂ ਨੇ ਆਪਣੇ ਰੂਪ 'ਚ ਕੱਢਿਆ। ਇਹ ਹੋਇਆ, ਇਹ ਮੰਨਦੇ ਹੋ ਇਦਾਂ ਕੁਝ ਹੋਇਆ? ਇਸ ਦੇ ਬਾਰੇ ਤਾਂ ਜੋਗਿੰਦਰ ਸਿੰਘ ਉਗਰਾਹਾਂ ਹੀ ਦੱਸ ਸਕਦੇ ਆ, ਹੈ ਨਾ। ਇਸ ਦੇ ਬਾਰੇ ਤਾਂ ਅਸੀਂ ਤਾਂ ਕੁਝ ਨਹੀਂ ਕਹਿ ਸਕਦੇਗੇ। ਤੋ ਸਾਡਾ ਜਿਹੜਾ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਇੱਕ ਫੋਰਮ ਆ, ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੀ ਜਥੇਬੰਦੀ ਅਲੱਗ ਆ, ਉਹ ਸਾਡਾ ਪਾਰਟ ਨਹੀਂ ਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਉਹ ਸ਼ੁਰੂ ਤੋਂ ਸਾਡਾ ਪਾਰਟ ਬਣੇ ਨਹੀਂ ਹੈਗੇ। ਉਹਨੂੰ ਵਾਰ-ਵਾਰ ਬੇਨਤੀਆਂ ਵੀ ਕੀਤੀਆਂ, ਉਹ ਨਹੀਂ ਬਣੇ। ਤੋ ਇਹ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਸਾਡਾ ਮੇਨ ਕੰਸਰਨ ਇਹ ਹੈਗਾ ਕਿ ਜਿਹੜਾ ਮਨੁੱਖੀ ਅਧਿਕਾਰਾਂ ਦਾ ਮਾਮਲਾ ਬਹੁਤ ਅਹਿਮ ਆ। ਮਨੁੱਖੀ ਅਧਿਕਾਰਾਂ ਦੀ ਵਾਇਓਲੇਸ਼ਨ ਨਹੀਂ ਹੋਣੀ ਚਾਹੀਦੀ। ਉਹਨਾਂ ਦੇ ਕਾਰਕੁਨ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਨਹੀਂ ਦਬਾਇਆ ਜਾਣਾ ਚਾਹੀਦਾ। ਪਰ ਅਸੀਂ ਮੰਨਦੇ ਕਿ ਜਿਹੜਾ ਇਹ ਘੋਲ ਆ, ਇਹਦਾ ਮੁੱਖ ਮਸਲਾ ਜਿਹੜਾ ਉਹ 3 ਖੇਤੀ ਕਾਨੂੰਨ ਨੇ। 3 ਖੇਤੀ ਕਾਨੂੰਨਾਂ ਦਾ ਮਾਮਲੇ ਤੋਂ ਵੱਧ ਕੇ ਵੀ ਜਿਹੜੀ ਸਰਕਾਰ ਦੀ ਤਾਨਾਸ਼ਾਹੀ ਆ, ਜਿਹੜੀ ਉਹ ਲੋਕਾਂ ਨੂੰ ਕ੍ਰਸ਼ ਕਰ ਰਹੀ ਆ 7 ਸਾਲਾਂ ਤੋਂ, ਉਹਨੂੰ ਪਿੱਛੇ ਧੱਕਿਆ ਜਾਣਾ। ਜਦੋਂ ਕਾਨੂੰਨ ਰੱਦ ਹੋ ਗਏ ਤਾਂ ਜਿਹੜੀ ਇੱਕ ਡੈਮੋਕ੍ਰੈਟਿਕ ਸਪੇਸ ਸਾਡੇ ਤੋਂ ਖੋਈ ਗਈ ਆ, ਜੇ ਅਸੀਂ ਰੀਕਲੇਮ ਕਰ ਰਹੇ ਹਾਂ ਸਾਰੀ ਇਸ ਘੋਲ ਦੇ ਰਾਹੀਂ, ਤਾਂ ਉਹਦੇ 'ਚ ਮਨੁੱਖੀ ਅਧਿਕਾਰ ਜਿਹੜੇ ਹੈਗੇ ਆ, ਜਿਹੜੇ ਵਾਇਓਲੇਸ਼ਨ ਹੋ ਰਹੀ ਆ, ਉਹ ਵੀ ਰੁਕੂਗੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਤੇ ਕੇਂਦਰਿਤ ਸਾਡੀ ਲੜਾਈ ਰਹੇ। ਅਸੀਂ ਕਿਸੇ ਵੀ ਸਰਕਾਰ ਜਿਹੜੀ ਇਹਨੂੰ ਕੋਈ ਵੀ ਰੰਗ ਦੇਣਾ ਚਾਹੁੰਦੀ ਆ, ਅਸੀਂ ਉਸ ਟਰੈਪ 'ਚ ਨਹੀਂ ਆਉਣਾ ਚਾਹੁੰਦੇਗੇ। ਔਰ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਕਿਸੇ ਭੜਕਾੜ 'ਚ ਨਾ ਆਉਣ। ਸਿਰਫ ਤੇ ਸਿਰਫ ਜਿਹੜਾ ਸਾਡੀ ਚੋਟ ਨਿਸ਼ਾਨਾ ਹੈਗਾ, ਉਹ 3 ਕਾਨੂੰਨ ਰੱਦ ਕਰਾਉਣੇ ਹੀ ਲੈਣੇ ਚਾਹੀਦੇ ਆ। ਪਰ ਜਿਵੇਂ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੀ ਸਟੇਜ ਤੋਂ ਜਾਂ ਉਹਨਾਂ ਦੇ ਬੈਨਰ ਹੇਠ ਗੱਲ ਹੋਈ, ਖੁੱਲ੍ਹ ਕੇ ਗੱਲ ਹੋਈ, ਮਤਲਬ ਕਾਮਰੇਡਾਂ ਦੀ ਗੱਲ ਹੋਈ ਨਾ, ਉਹ ਸਾਰੇ ਕਾਮਰੇਡਸ ਨੇ। ਸੁਦਾ ਭਾਰਦਵਾਜ ਹੈ, ਸ਼ਰਜਿਲ ਇਮਾਮ ਹੈ, ਉਮਰ ਖਾਲਿਦ ਹੈ, ਸਾਰੇ ਕਾਮਰੇਡਸ ਨੇ। ਉਹ ਪੋਲੀਟੀਕਲ ਪ੍ਰਿਜ਼ਨਰ ਨੇ, ਸਾਰੇ ਸਿਆਸੀ ਕੈਦੀ ਨੇ। ਉਹਨਾਂ ਦੀ ਗੱਲ ਹੋਈ ਹੈ। ਤਾਂ ਹੋ ਸਕਦਾ ਉਸੇ ਗੁੱਸੇ ਦੇ ਵਿੱਚ ਫਿਰ ਹੁਣ ਉਧਰ ਜਿਹੜੀ ਸਟੇਜ ਤੇ ਹੈ, ਉੱਥੇ ਜਿਹੜਾ ਸਿੱਖ ਸੈਂਟੀਮੈਂਟ ਵਾਲੇ ਲੋਕ ਹੈ, ਉਹ ਚਾਹੁੰਦੇ ਆ ਵੀ ਅਸੀਂ ਹਾਈਜੈਕ ਕਰ ਲਈਏ ਹੁਣ ਇਹਨੂੰ। ਇਹ ਮਤਲਬ ਇੱਕ ਪਾਸਿਓਂ ਸ਼ਾਇਦ ਗਲਤੀ ਹੋਈ, ਪਰ ਉਹਦਾ ਹੁਣ ਐਕਸ਼ਨ ਦਾ ਉਹ ਰਿਐਕਸ਼ਨ ਹੈ, ਆਪਾਂ ਦੇਖ ਰਹੇ ਹਾਂ। ਨਹੀਂ, ਇਹ ਮੈਂ ਇਹਨੂੰ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਸਮਝਦੇ ਕਿ ਅਸੀਂ ਕੁਝ ਲੋਕ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਤੇ ਲੱਗੇ ਹੋਏ। ਜਦੋਂ ਪੰਜਾਬ 'ਚ ਸੀ ਉਦੋਂ ਵੀ ਕਹਿ ਕੇ ਵਿਕ ਜਾਣਗੇ, ਕਾਂਗਰਸ ਦੀ ਸ਼ਹਿ ਆ ਜੀ, ਵਿਰੋਧੀ ਪਾਰਟੀਆਂ ਦੀ ਸ਼ਹਿ, ਲਗਾਤਾਰ ਚੱਲਦਾ ਰਿਹਾ। ਇਹ ਤਾਂ ਸ਼ੁਰੂ ਤੋਂ ਚੱਲਦਾ ਰਿਹਾ ਹੈਗਾ। ਤੋ ਇਹ ਮਤਲਬ ਜੇ ਉਹ ਪ੍ਰੋਗਰਾਮ ਨਾ ਵੀ ਹੁੰਦਾ ਤਾਂ ਵੀ ਸਾਡੇ ਤੇ ਕੁਝ ਲੋਕਾਂ ਨੇ ਤਾਂ ਅਟੈਕ ਕਰਨਾ ਹੀ ਕਰਨਾ ਸੀ। ਇਸ ਕਰਕੇ ਇਹ ਮਾਮਲਾ ਨਹੀਂ ਹੈਗਾ ਗਾ। ਜਿਹੜੇ ਦੋਖੀ ਆ ਕਿਸਾਨ ਲਹਿਰ ਦੇ, ਜਿਹੜੇ ਹੱਥ ਠੋਕੇ ਆ ਸਰਕਾਰ ਦੀਆਂ ਏਜੰਸੀਆਂ ਦੇ, ਕੇਂਦਰ ਸਰਕਾਰ ਦੇ, RSS ਦੇ, BJP ਦੇ, ਉਹ ਲਗਾਤਾਰ ਹੀ ਇਹ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ। ਠੀਕ ਹੈ, ਇਸ ਕਰਕੇ ਇਹਦਾ ਕਿਸੇ ਗੱਲ ਖਾਸ ਇਵੈਂਟ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ। ਤੁਹਾਨੂੰ ਲੱਗਦਾ ਵੀ ਹਾਲੇ ਵੀ ਸਟੇਜਾਂ ਦੇ ਨੇੜੇ ਤੇੜੇ ਜਾਂ ਇਹਨਾਂ ਧਰਨਿਆਂ ਦੇ ਵਿੱਚ ਵੀ ਐਸੇ ਲੋਕ ਬੈਠੇ ਹੈਗੇ, ਜਿਨ੍ਹਾਂ ਦੇ ਵਿੱਚੋਂ ਕੋਈ ਸਿੰਗਰ ਹੋਊ, ਕੋਈ ਐਕਟਰ ਹੋ ਸਕਦਾ, ਕੋਈ ਵੀ ਹੋ ਸਕਦਾ, ਜਿਹੜੇ ਹਾਲੇ ਵੀ ਕੰਮ ਕਰ ਰਹੇ ਹੈ ਏਜੰਟ ਦੇ ਤੌਰ ਤੇ, ਸਰਕਾਰੀ ਏਜੰਟਾਂ ਦੇ ਤੌਰ ਤੇ? ਨਹੀਂ, ਮੈਂ ਇਸ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਅਸੀਂ ਜੋ ਵੀ ਸਾਡੇ ਘੋਲ ਦੀ ਹਮਾਇਤ 'ਚ ਆਇਆ, ਭਾਵੇਂ ਉਹ ਸਿੰਗਰ ਆ, ਭਾਵੇਂ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਵੀ ਆ, ਪਰ ਫਿਰ ਵੀ ਜੇਕਰ ਉਹ ਆ ਕੇ ਧਰਨੇ 'ਚ ਬੈਠ ਗਿਆ ਹੈਗਾ, ਉਹ ਭਾਵੇਂ ਕਿਸੇ ਧਾਰਮਿਕ ਸੰਗਠਨ ਦੇ ਨਾਲ ਆ, ਉਹ ਸਾਰੇ ਹੀ ਸਾਡੇ ਵਾਸਤੇ ਸਤਿਕਾਰਤ ਨੇ, ਜਿਹੜੇ ਸਾਡੇ ਘੋਲ ਦੀ ਹਮਾਇਤ ਦੇ ਵਿੱਚ ਨੇ। ਔਰ ਕਿਸੇ ਬਾਰੇ ਅਸੀਂ ਉਹਨਾਂ ਸਮਾਂ ਟਿੱਪਣੀ ਨਹੀਂ ਕਰ ਸਕਦੇਗੇ ਜਿੰਨਾ ਸਮਾਂ ਕੋਈ ਉਹ ਘੋਲ ਵਿਰੋਧੀ ਗੱਲ ਜਿਹੜੀ ਨਹੀਂ ਕਰਦਾ। ਜਿਵੇਂ ਦੀਪ ਸਿੱਧੂ ਨੇ ਕੱਲ੍ਹ ਕਿਹਾ, ਰਾਜੇਵਾਲ ਸਾਹਿਬ ਨੂੰ ਬੇਹੂਦਾ ਕਿਹਾ ਕਿ ਬੇਹੂਦਗੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੋ ਸਕਦਾ, ਉਹਦੇ ਤੇ ਕੀ ਕਹੋਗੇ? ਦੀਪ ਸਿੱਧੂ ਉਸ ਮਹਾਂਪੁਰਸ਼ ਬਾਰੇ ਤਾਂ ਇਹੀ ਗੱਲ ਕਵਾਂਗੇ ਅਸੀਂ ਕਿ ਉਹ ਸ਼ੁਰੂ ਤੋਂ ਹੀ ਕੋਸ਼ਿਸ਼ ਕਰਦੇ ਰਹੇ ਵੀ ਇੱਦਾਂ ਘੋਲ ਬਾਰੇ ਲਗਾਤਾਰ ਮਤਲਬ ਟਿੱਪਣੀਆਂ ਕਰਨ ਦਾ। ਤੋ ਸੋਸ਼ਲ ਮੀਡੀਆ ਤੇ ਉਹਦਾ ਇੱਕ IT ਸੈੱਲ ਹੈਗਾ, ਉਹ ਲੱਗਾ ਹੋਇਆ। ਜਿਹੜਾ ਕੋਈ ਬੋਲਦਾ ਉਹ ਥੱਲੇ ਮਤਲਬ ਗਾਲੀ ਗਲੋਚ ਕਰਨ ਦਾ, ਕਿਉਂਕਿ ਉਹਦਾ ਸੰਵਾਦ ਕਰਨ ਦਾ ਤਰੀਕਾ ਹੀ ਇਹ ਆ। ਮੈਂ ਇੱਕੋ ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸੂਬਿਆਂ ਦੇ ਅਧਿਕਾਰ ਆ ਵੀ ਉਹ ਮਾਰੇ ਜਾ ਰਹੇ ਆ। 3 ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਜਿਹੜੇ ਕਾਨੂੰਨਾਂ 'ਚ ਸੋਧ ਹੁੰਦੀ ਆ, ਸੋਧ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਬਹੁਤ ਜ਼ੋਰ ਦਾ ਕੇ ਕਿਹਾ, TV ਤੇ ਆਈ ਇੰਟਰਵਿਊਜ਼। ਠੀਕ ਆ, ਵੀ ਇਹ ਹੁਣ ਬੰਦੇ ਮਰਵਾਉਣਗੇ, ਸੋਧਾਂ ਮਨਜ਼ੂਰ, ਸਾਰੀਆਂ ਗੱਲਾਂ ਕਹੀਆਂ ਔਨ ਰਿਕਾਰਡ ਨੇ, ਮੁੱਕਰ ਨਹੀਂ ਸਕਦਾ ਗਾ। ਇਹਦੇ ਨਾਲ ਹੀ ਜੁੜਦੀ ਗੱਲ, ਸਾਡੀ ਪੋਜੀਸ਼ਨ ਇਹ ਆ ਕਿ ਜਿਹੜੀ ਖੇਤੀਬਾੜੀ ਵਾਲਾ ਮਾਮਲਾ, ਉਹ ਸੂਬਿਆਂ ਦੇ ਅਧਿਕਾਰਾਂ ਦਾ ਮਾਮਲਾ। ਜਿਹੜੀਆਂ ਕਾਨੂੰਨਾਂ ਬਾਰੇ 3 ਸੂਚੀਆਂ ਨੇ, ਜਿਹੜੀ ਸਟੇਟ ਲਿਸਟ ਆ, ਉਹਦੀ ਐਂਟਰੀ ਨੰਬਰ 14 ਜਿਹੜੀ, ਉਹ 'ਚ ਸੂਬਿਆਂ ਦਾ ਮਾਮਲਾ ਇਹ।
ਜਿਸ ਬੰਦੇ ਨੂੰ ਕਾਨੂੰਨ ਦੀ ਊੜਾ ਐੜਾ ਵੀ ਆਉਂਦਾ ਉਹਨੂੰ ਗੱਲ ਸਮਝ ਆਉਂਦੀ ਆ ਕਿ ਖੇਤੀਬਾੜੀ ਦਾ ਮਾਮਲਾ ਸਟੇਟ ਦੀ ਐਂਟਰੀ ਨੰਬਰ 14 ਦੇ ਵਿੱਚ ਆ, ਸੂਬਿਆਂ ਦਾ ਅਧਿਕਾਰ ਆ। ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਉਹ ਜਿਹੜੀ ਕਨਕਰੈਂਟ ਲਿਸਟ ਆ ਉਹਦੀ ਐਂਟਰੀ ਨੰਬਰ 33 ਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਫੂਡ ਸਟਫਸ ਐਂਡ ਐਡੀਬਲ ਆਇਲਸ ਆ ਉਹਦੇ ਰਿਗਾਰਡਿੰਗ ਉਹ ਕਾਨੂੰਨ ਬਣਾ ਸਕਦੇ ਆ। ਹੁਣ ਜਿਹੜੀ ਕਣਕ ਆ ਉਹ ਫੂਡ ਮਤਲਬ ਜਿਹੜਾ ਹੈਗਾ ਫੂਡ ਸਟਫ ਨਹੀਂ ਹੈ, ਉਹ ਗ੍ਰੇਨਸ ਆ, ਠੀਕ ਆ। ਔਰ ਇਹ ਬਹੁਤ ਕਲੀਅਰ ਕੱਟ ਆ ਕਿ ਗ੍ਰੇਨਸ ਬਾਰੇ ਜਿਹੜੀ ਆ ਉਹ ਐਂਟਰੀ ਨੰਬਰ 33 ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜੀ ਉਹ ਨਹੀਂ ਦਿੰਦੀਗੀ। ਅਸੀਂ ਕਣਕ ਪੈਦਾ ਕਰਦੇ ਆ, ਆਟਾ ਨਹੀਂ ਪੈਦਾ ਕਰਦੇਗੇ, ਆਟਾ ਫੂਡ ਸਟਫ ਆ। ਅਸੀਂ ਝੋਨਾ ਪੈਦਾ ਕਰਦੇ ਆ, ਚੌਲ ਨਹੀਂ ਪੈਦਾ ਕਰਦੇ, ਚੌਲ ਜਿਹੜਾ ਉਹ ਫੂਡ ਸਟਫ ਆ। ਝੋਨੇ ਤੇ ਕਣਕ ਬਾਰੇ ਕਿਸੇ ਫਸਲ ਬਾਰੇ ਕਾਨੂੰਨ ਕੇਂਦਰ ਸਰਕਾਰ ਨਹੀਂ ਬਣਾ ਸਕਦੀਗੀ। ਔਰ ਇਹਦੇ 'ਚ ਸੋਧਾ ਮੰਨਣ ਦਾ ਮਤਲਬ ਕੀ ਹੋਊਗਾ, ਉਹ 99.9% ਵੀ ਸੋਧਾ ਕਰ ਦਿੰਦੇ, ਕਾਨੂੰਨ ਵਿੱਚੋਂ ਖੋਲ ਕਰ ਦਿੰਦੇ ਆ। ਸਿਰਫ ਉਹ ਕਹਿੰਦੇ ਡੱਬਾ ਰਹਿਣ ਦਿਓ, ਸਾਨੂੰ ਪਤਾ ਉਹਦਾ ਪੋਲੀਟੀਕਲੀ ਮੀਨਿੰਗ ਕੀ ਹੈਗਾ। ਅਸੀਂ ਪ੍ਰਿੰਸੀਪਲੀ ਲੜਾਈ ਹਾਰ ਰਹੇ ਹੋਵਾਂਗੇ ਜੇ ਉਹਨਾਂ ਨੂੰ ਖੋਲ ਦੇ ਕੇ ਜਾਵਾਂਗੇ, ਕਿਉਂਕਿ ਜੇ ਖੋਲ ਦੇ ਕੇ ਜਾਵਾਂਗੇ ਤਾਂ ਉਹ ਖੋਲ ਕੀ ਹੋਊਗਾ, ਖੋਲ ਦਾ ਨਾਮ ਤਾਂ ਖੇਤੀਬਾੜੀ ਕਾਨੂੰਨ ਹੋਊਗਾ ਨਾ। ਉਹ ਖੋਲ ਬਣਾਇਆ ਕੇਂਦਰ ਸਰਕਾਰ ਦਾ ਹੋਊਗਾ ਨਾ। ਉਹਦਾ ਮਤਲਬ ਇਹ ਹੋਊਗਾ ਕਿ ਅਸੀਂ ਖੇਤੀਬਾੜੀ ਬਾਰੇ ਕੇਂਦਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਕੇ ਜਾਵਾਂਗੇ ਔਰ ਸੂਬਿਆਂ ਦੇ ਅਧਿਕਾਰਾਂ ਦੇ ਨਾਲ ਅਸੀਂ ਵਿਸ਼ਵਾਸਘਾਤ ਕਰਾਂਗੇ। ਔਰ ਮੈਨੂੰ ਗੱਲ ਪੂਰੀ, ਸੂਬਿਆਂ ਦੇ ਅਧਿਕਾਰਾਂ ਦੇ ਨਾਲ ਵਿਸ਼ਵਾਸਘਾਤ ਸੋਧਾਂ ਦੇ ਨਾਮ ਤੇ ਇਹਨੂੰ ਦੀਪ ਸਿੱਧੂ ਠੀਕ ਕਹਿੰਦਾ। ਫਿਰ ਵੀ ਲੋਕ ਜਿਹੜੇ ਉਹਨੂੰ ਕਹਿੰਦੇ ਠੀਕ ਲੱਗ ਰਿਹਾ, ਵਾਹਿਗੁਰੂ ਸਮੱਤ ਬਖਸ਼ੇ ਉਹਨਾਂ ਨੂੰ। ਮਤਲਬ ਉਹਦੀਆਂ ਗੱਲਾਂ ਆਪਸ ਦੇ ਵਿੱਚ ਹੀ ਕੰਟਰਾਡਿਕਟਰੀ ਕਰਦੀਆਂ, ਆਪਸ ਦੇ ਉਹਦੇ ਜਿਹੜੇ ਪਹਿਲਾਂ ਦੇ ਤੇ ਹੁਣ ਦਾ ਬਿਆਨ ਹੈ ਉਹ ਕੰਟਰਾਡਿਕਟਰੀ ਹੈ, ਆਪਸ 'ਚ ਹੀ ਮੇਲ ਨਹੀਂ ਖਾਂਦੇ। ਇੱਕ ਪਾਸੇ ਉਹ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਜਦੋਂ ਜਿਹੜਾ ਕਾਨੂੰਨ ਸੂਬੇ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਉਹਦੀ ਸਪੋਰਟ ਕਰਦਾ। ਦੋ ਤਰ੍ਹਾਂ ਦੀ ਜ਼ਿੰਦਗੀ ਜੀਂਦਾ ਨਾ, ਇੱਕ ਰੀਅਲ ਲਾਈਫ ਤੇ ਇੱਕ ਰੀਅਲ ਲਾਈਫ। ਉਹ ਰੀਅਲ ਲਾਈਫ 'ਚ ਜੋਰਾ 10 ਨੰਬਰੀ ਆ ਤੇ ਰੀਅਲ ਲਾਈਫ 'ਚ ਦੀਪ ਸਿੱਧੂ ਆ। ਇਸ ਕਰਕੇ ਦੋ ਤਰ੍ਹਾਂ ਦੀ ਲਾਈਫ, ਦੋਗਲੀਆਂ ਸਟੇਟਮੈਂਟਾਂ, ਦੋਗਲੇ ਬੰਦੇ। ਚਲੋ ਅੱਛਾ, ਤੁਸੀਂ ਹੁਣੇ ਗੱਲ ਕੀਤੀ ਕਿ ਇਹ ਪੋਲੀਟੀਕਲ ਮੈਟਰ ਹੈ ਹੈ ਨਾ, ਜਿਹੜੇ ਸੂਬੇ ਦੇ ਅਧਿਕਾਰਾਂ ਦਾ ਫੈਡਰਲਿਜ਼ਮ ਦੀ ਜਿੰਨੀ ਗੱਲ ਹੈ ਇਹ ਪੋਲੀਟੀਕਲ ਮਸਲਾ ਵੀ ਹੈ, ਤਾਂ ਫਿਰ ਇਹਦੀ ਜਿਹੜੀ ਲੜਾਈ ਹੈ ਉਹ ਪੋਲੀਟੀਕਲ ਲੀਡਰਸ਼ਿਪ ਕਿਉਂ ਨਹੀਂ ਲੜਦੀਗੀ? ਇਹ ਵੀ ਇੱਕ ਮਸਲਾ ਹੈ। ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਕਿੱਥੇ ਆ? ਉਹ ਆਪਦੀ ਸਿਆਸੀ ਲੜਾਈ ਉਹ ਕਿਉਂ ਨਹੀਂ ਲੜਦੀਗੀ? ਉਹਨੂੰ ਕਿਉਂ ਨਹੀਂ ਦਿੰਦਾ ਵੀ ਮੇਰੇ ਸੂਬੇ ਦੇ ਅਧਿਕਾਰ ਮਾਰੇ ਜਾ ਰਹੇ, ਉਹ ਕਿੱਥੇ ਸੁੱਤੇ ਪਏ ਆ? ਮੈਨੂੰ ਲੱਗਦਾ ਇਹ ਸਵਾਲ ਦਾ ਬਿਹਤਰ ਜਵਾਬ ਉਹੀ ਦੇ ਸਕਦੇ ਜਿਹੜੇ ਨਹੀਂ ਲੜ ਰਹੇਗੇ। ਅਸੀਂ ਲੜ ਰਹੇ ਹਾਂ, ਅਸੀਂ ਕਿਸਾਨੀ ਵਾਸਤੇ ਲੜ ਰਹੇ ਹਾਂ ਔਰ ਜਿਹੜੇ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਸੂਬਿਆਂ ਦੇ ਅਧਿਕਾਰਾਂ 'ਚ ਆਉਂਦਾ ਤੇ ਨਾਲ ਦੀ ਨਾਲ ਅਸੀਂ ਉਸ ਗੱਲ ਵੀ ਲੜ ਰਹੇ ਹਾਂ। ਔਰ ਜਿੰਨਾ ਵੀ ਇਸ ਦੇਸ਼ ਦਾ ਫੈਡਰਲ ਢਾਂਚਾ ਹੈਗਾ, ਜਿਹਨੂੰ ਤਾਕਤਾਂ ਦਾ ਕੇਂਦਰੀਕਰਨ ਦੇ ਨਾਂ ਤੇ ਜਿਹੜਾ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਆ, ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ ਅਸੀਂ ਲੋਕਾਂ ਦੀ ਤਾਕਤ ਦਾ ਕੇਂਦਰੀਕਰਨ ਕਰਕੇ ਜਿਹੜੀ ਹੈ ਲੜਾਈ ਦੇ ਰਹੇ ਹੈਗੇ। ਅੱਛਾ, ਹੁਣ ਅੱਗੇ ਕੀ ਲੱਗਦਾ ਹੈ ਰਜਿੰਦਰ ਤੁਹਾਨੂੰ? ਡੈਡਲੌਕ ਜਿਹਾ ਬਣਿਆ ਹੋਇਆ ਹੈਗਾ, ਕੋਈ ਅੱਗੇ ਗੱਲ ਨਹੀਂ ਵੱਧ ਰਹੀਗੀ, ਕਿਵੇਂ ਹੁਣ ਅੱਗੇ ਗੱਲਬਾਤ ਕਿਵੇਂ ਅੱਗੇ ਤੁਰੂਗੀ? ਸਰਕਾਰ ਕੋਈ ਕਰ ਰਹੀ ਹੈ ਤੁਹਾਡੇ ਨਾਲ ਕੰਟੈਕਟ ਕਰ ਰਹੀ ਹੈ ਦੁਬਾਰਾ ਜਾਂ ਨਹੀਂ, ਹੁਣ ਬੰਦ ਹੈ ਸਾਰਾ ਕੁਝ? ਅੱਜ ਅਖਬਾਰ 'ਚ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਅਸੀਂ ਗੱਲਬਾਤ ਦੀ ਤਿਆਰੀ ਕਰ ਰਹੇ ਹੈਗੇ ਆ। ਤੋ ਗੱਲਬਾਤ ਤਾਂ ਜਦੋਂ ਕਰਨਗੇ ਅਸੀਂ ਕਰਾਂਗੇ, ਪਰ ਜਿਹੜਾ ਉਹਨਾਂ ਨੇ ਡਰਾਫਟ ਭੇਜਿਆ ਉਹਦੇ ਤੇ ਕੋਈ ਗੱਲਬਾਤ ਨਹੀਂ ਹੋਊਗੀ। ਉਹ ਡਰਾਫਟ ਅਸੀਂ ਜਿਹੜਾ ਰਿਜੈਕਟ ਕਰ ਚੁੱਕੇ ਹਾਂ। ਗੱਲਬਾਤ ਜਦੋਂ ਵੀ ਕਰਾਂਗੇ ਕਾਨੂੰਨ ਰੱਦ ਕਰਾਉਣ ਦੇ ਲਈ ਕਰਾਂਗੇ। ਉਹ ਡਰਾਫਟ ਜਦੋਂ ਤੁਸੀਂ ਰੱਦ ਕੀਤਾ, ਪ੍ਰਪੋਜ਼ਲ ਜਿਹੜਾ ਆਇਆ ਸੀ, ਉਹ ਫਿਰ ਤੁਸੀਂ ਅੱਗੇ ਉਹਨਾਂ ਨੂੰ ਉਹ ਕਰਤਾ ਸੀਗਾ, ਭੇਜਤੀ ਸੀ ਇਹ ਸੂਚਨਾ ਸਾਰੀ ਕਿ ਡਰਾਫਟ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਹੈ ਜਿਹੜਾ ਉਹ ਰੱਦ ਕਰ ਰਹੇ ਹਾਂ, ਜਾਂ ਹਾਲੇ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ? ਨਹੀਂ, ਉਹ ਮੀਡੀਆ ਰਾਹੀਂ ਕਹਿਤਾ ਸੀਗਾ। ਸਰਕਾਰ ਵੱਲੋਂ ਵੀ ਗੱਲਬਾਤ ਦਾ ਸੱਦਾ ਪਹਿਲਾਂ ਮੀਡੀਆ ਰਾਹੀਂ ਆਉਂਦਾ ਹੈਗਾ, ਤੋਂ ਬਾਅਦ 'ਚ ਲਿਖਤ ਤਾਂ ਉਦੋਂ ਆਉਂਦਾ ਜਦੋਂ ਗੱਲਬਾਤ ਲਈ ਜਾਣਾ ਹੋਵੇ। 8-10 ਘੰਟੇ ਪਹਿਲਾਂ ਰਾਤ ਨੂੰ 11 ਵਜੇ ਭੇਜਦੇ ਆ, 11:30 ਵਜੇ, 12 ਵਜੇ ਭੇਜਦੇ ਆ। ਇੱਕ ਦਿਨ ਰਾਤ ਨੂੰ 12:15 ਵਜੇ ਭੇਜਿਆ। ਤੋ ਇਸ ਕਰਕੇ ਉਹ ਮੀਡੀਆ ਬਹੁਤ ਉਹਨਾਂ ਦੇ ਕੰਟਰੋਲ 'ਚ ਆ, ਮੀਡੀਆ ਰਾਹੀਂ ਉਹ ਦੁਰ ਪ੍ਰਚਾਰ ਕਰਦੇ ਆ। ਤੇ ਇਸ ਕਰਕੇ ਉਹਨਾਂ ਦੇ ਮੀਡੀਆ ਰਾਹੀਂ ਦੱਸਤਾ ਵੀ ਤੁਹਾਡਾ ਪ੍ਰਪੋਜ਼ਲ ਰੱਦ ਕਰਤੀ ਅਸੀਂ। ਮਤਲਬ ਫਾਰਮਲੀ ਕੋਈ ਗੱਲ ਨਹੀਂ ਹੋਈ ਉਸ ਤੋਂ? ਨਹੀਂ, ਫਾਰਮਲੀ ਉਹਨਾਂ ਦੀ ਸਾਰੀ ਫਾਰਮਲ ਗੱਲ ਮੀਡੀਆ ਰਾਹੀਂ ਹੁੰਦੀ ਆ, ਇਸ ਕਰਕੇ ਮੀਡੀਆ ਰਾਹੀਂ ਕਨਵੇ ਕਰਤਾ ਉਹਨਾਂ ਨੂੰ। ਅੱਛਾ, ਤੁਹਾਨੂੰ ਲੱਗਦਾ ਕੀ ਰਜਿੰਦਰ ਹੁਣ ਅੱਗੇ ਸਾਨੂੰ? ਕਿਉਂਕਿ ਪਤਾ ਕੀ, ਕੱਲ ਵਾਲੀ ਲੜਾਈ ਤਾਂ ਨਹੀਂ, ਕੱਲ ਵਾਲੇ ਵਿਵਾਦ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇੱਕੋ ਦਾ ਮਾਹੌਲ ਇਸ ਤਰ੍ਹਾਂ ਜਿਹਦਾ ਹੋ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਉੱਥੇ। ਕੁਝ ਖਬਰਾਂ ਇਦਾਂ ਦੀਆਂ ਚੱਲ ਗਈਆਂ ਕਿ ਨੌਜਵਾਨਾਂ ਨੇ ਰਾਜੇਵਾਲ ਘੇਰ ਲਿਆ, ਬੜਾ ਮਾਹੌਲ ਜਿਹਾ ਇੱਕੋਦਮ ਟੈਂਸ ਹੋ ਗਿਆ ਪੰਜਾਬ 'ਚ ਵੀ। ਲੋਕਾਂ ਨੇ ਇੱਥੇ ਫੋਨ ਖੜਕਾਉਣੇ ਸ਼ੁਰੂ ਕਰਤੇ ਵੀ ਕੀ ਹੋ ਗਿਆ, ਮਾਹੌਲ ਠੀਕ ਹੈ ਜਾਂ ਨਹੀਂ। ਮਤਲਬ ਅੱਗੇ ਲੱਗਦਾ ਕੀ ਹੈ, ਕੀ ਰਾਹ ਹੈ? ਦੇਖੋ, ਜਿਵੇਂ ਤੁਸੀਂ ਕਿਹਾ ਵੀ ਮਾਹੌਲ ਟੈਂਸ ਹੋ ਗਿਆ, ਲੋਕਾਂ ਨੇ ਫੋਨ ਖੜਕਾਉਣੇ ਸ਼ੁਰੂ ਕਰਤੇ।
ਇਹ ਚੰਗੀ ਗੱਲ ਆ ਕਿ ਲੋਕ ਘੋਲ ਨਾਲ ਬਹੁਤ ਨੇੜਿਓਂ ਜੁੜੇ ਹੋਏ ਆ। ਉਹ ਕੱਲੀ ਕੱਲੀ ਗੱਲ ਤੇ ਆਪਣਾ ਸਰੋਕਾਰ ਮਹਿਸੂਸ ਕਰਦੇ ਆ, ਉਹ ਕੁਝ ਨਹੀਂ ਚਾਹੁੰਦੇ ਵਿੱਚ ਕੁਝ ਗਲਤ ਹੋਵੇ। ਇਸ ਕਰਕੇ ਲੋਕਾਂ ਦੀ ਹਮਾਇਤ ਇਸੇ ਤਰ੍ਹਾਂ ਬਣੀ ਰਵੇ। ਇਹਦੇ 'ਚ ਬਹੁਤ ਕੁਝ ਬਿਲਕੁਲ ਠੀਕ ਚੱਲ ਰਿਹਾ, ਸਾਰੇ ਇਕੱਠੇ ਆ, ਇਹਦੇ 'ਚ ਕੋਈ ਵਿਵਾਦ ਵਾਲੀ ਗੱਲ ਨਹੀਂ ਹੈਗੀ ਗੀ, ਤੇ ਰਲ ਮਿਲ ਕੇ ਲੜ ਰਹੇ ਆ ਔਰ ਪੁਰਅਮਨ ਰਹੇ ਘੋਲ। ਕਿਸਾਨ ਜਥੇਬੰਦੀਆਂ ਜੋ ਦਿਸ਼ਾ ਦੇ ਰਹੀਆਂ ਉਸੇ ਮੁਤਾਬਕ ਲੋਕ ਚੱਲਦੇ ਰਹਿਣ, ਅਸੀਂ ਇਤਿਹਾਸਕ ਜਿੱਤ ਵਾਲੇ ਪਾਸੇ ਵਧ ਰਹੇ ਹਾਂ। ਬਹੁਤ ਸ਼ੁਕਰੀਆ ਰਜਿੰਦਰ। ਸੋ ਇਹ ਸਨ ਰਜਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ। ਜਿਹੜੇ ਅਕਸਰ ਕਹਿੰਦਾ ਜਿਹੜੇ ਵੱਡੇ ਘੋਲ ਹੁੰਦੇ ਆ ਉਹ ਸ਼ੁਰੂ ਬੇਸ਼ੱਕ ਉਹ ਛੋਟੇ ਲੈਵਲ ਤੋਂ ਹੁੰਦੇ ਆ, ਪਰ ਉਸ ਤੋਂ ਬਾਅਦ ਉਹ ਸਾਂਭਣੇ ਬੜੇ ਔਖੇ ਹੁੰਦੇ ਆ। ਇਹ ਘੋਲ ਸਭ ਦੇ ਪਰਖ ਦੀ ਘੜੀ ਹੈ, ਕਿਉਂਕਿ ਇਹ ਘੋਲ ਸ਼ੁਰੂ ਕਰ ਲੈਣਾ ਸ਼ਾਇਦ ਸੌਖਾ ਹੈ, ਪਰ ਜਦੋਂ ਇਹਨੂੰ ਹੁਣ ਸਾਂਭਣਾ ਪੈ ਰਿਹਾ ਹੈ, ਇਹਦੀ ਸ਼ਾਂਤੀ, ਇਹਦੀ ਪੀਸ ਮੇਨਟੇਨ ਕਰਕੇ ਰੱਖਣਾ, ਇਹ ਸਭ ਤੋਂ ਵੱਡਾ ਚੈਲੰਜ ਹੈ ਇਸ ਵਕਤ ਜਥੇਬੰਦੀਆਂ ਦੇ ਲਈ ਵੀ ਤੇ ਆਮ ਲੋਕ ਜਿਹੜੇ ਇੱਥੇ ਬੈਠੇ ਆ ਉਹਨਾਂ ਦੇ ਲਈ ਵੀ। ਕਿਉਂਕਿ ਹਰ ਘੋਲ ਦੇ ਵਿੱਚ ਇਹ ਹੁੰਦਾ ਹੈ, ਸ਼ਰਾਰਤਾਂ ਹੁੰਦੀਆਂ ਹੈ, ਬਹੁਤ ਸਾਰੇ ਏਜੰਟ ਆਉਂਦੇ ਆ, ਉਹ ਪੰਗੇ ਲੈਂਦੇ ਆ, ਲੋਕਾਂ ਨੂੰ ਇੱਧਰ ਉੱਧਰ ਤੋਰਨ ਦੀ ਕੋਸ਼ਿਸ਼ ਕਰਦੇ ਆ। ਇਹ ਹੋ ਰਹੀਆਂ ਨੇ, ਇੱਧਰ ਵੀ ਹੋ ਰਹੀਆਂ, ਸਿੰਘੂ ਵਾਲੇ ਪਾਸੇ ਵੀ ਹੋ ਰਹੀਆਂ, ਪਰ ਇਹ ਸਬਰ ਪਰਖ ਦੀ ਘੜੀ ਲੋਕਾਂ ਦੀ ਹੈ, ਲੀਡਰਸ਼ਿਪ ਦੀ, ਆਪਣੇ ਹੁਨਰ ਦੀ ਪਰਖ ਹੈ ਕਿ ਉਹ ਕਿੰਨੇ ਕੁ ਲੀਡ ਕਰਨ ਦੇ ਕਾਮਯਾਬ ਨੇ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਜਗਬਾਣੀ, ਟਿੱਕਰੀ ਬਾਰਡਰ, ਦਿੱਲੀ।